एक ओंकार सतनाम करता पुरख निरभउ निरवैर अकाल मूरत अजूनी सैभं गुर प्रसाद चक्र चिन्ह अर वर्ण जात अर पात नहन जेहे रूप रंग अर रेख भेख को कह न सकत के अचल मूरत अनभव प्रकाश अमितोज कहजै कोट इंद्र इंद्राण साहे साहान गणजै तरे भवन महीप सुर नर असुर नेत नेत बन तृण कहत तब सर्ब नाम कथय कवन कर्म नाम बरनत सुमत तब सर्ब नाम कथय कवन कर्म नाम बरनत सुमत प्रभु जो तो कहलाज हमारी नीलकंठ नर हर नारायण नील बसन बनवारी परम पुरख परमेश्वर स्वामी पावन पवन आहारी माधव महाजोत मद मर्दन मान मुकंद मुरारी निर्विकार निर्जुर निंदरा बिन निर्विख नरक निवारी कृपा सिंध काल त्रयदर्शी कुकृत पर नाशनकारी तनुरपान त्रितमान तरा तर अनविकार यस तारी हो मत मंद चरण शरणागत कर गह लेहो उबारी हो मत मंद चरण शरणागत कर गह लेहो उबारी हम अवगुण परे एक गुण नाही अमृत छाड़ बिख बिख खाई माया मोह परम पै भूले सुत दारा स्यों प्रीत लगाई एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास सकहो टल गुर सेविय अहनस सहज दर्शन परस गुरु का जन्म मरण दुख जाए होवै सिफत खसम्बी नूर अरसह कुरसह चटिया तुद डठे सच्चे पातशाह मल जन्म जन्म दी कटिया सज्जन सच्चा पातशाह सिर साहांद जिस पास बैठिया सोहिया सबना दा वेसाहो सतनाम वाहिगुरु साहिब जीओ वडहंस
ਮਹਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਫਿਰ ਹੋਏ ਨਾ ਫੇਰਾ, ਅੰਤ ਸਚ ਨਬੇੜਾ। ਗੁਰਮੁਖ ਮਿਲੈ ਵਡਿਆਈ, ਸਾਚੈ ਰੰਗ ਰਾਤੇ। ਸਹਜੇ ਮਾਤੇ ਸਹਜੇ ਰਹੇ ਸਮਾਏ, ਸੱਚਾ ਮਨ ਭਾਇਆ ਸੱਚ ਵਸਾਇਆ। ਸ਼ਬਦ ਰਤੇ ਅੰਤ ਨਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਬਹੁਰ ਨ ਪਵਜਲ ਫੇਰਾ, ਮਾਇਆ ਮੋਹ ਸਭ ਬਰਲ ਹੈ। ਦੂਜੈ ਭਾਏ ਖੁਆਈ ਰਾਮ, ਮਾਤਾ ਪਿਤਾ ਸਭ ਹੇਤ ਹੈ। ਹੇਤੇ ਪਲਚਾਈ ਰਾਮ, ਹੇਤੇ ਪਲਚਾਈ ਪੁਰਬ ਕਮਾਈ। ਮੇਟ ਨ ਸਕੈ ਕੋਈ, ਜਿਨ ਸਿਸ਼ਟ ਸਾਜੀ। ਸੋ ਕਰ ਵੇਖੈ ਤਿਸ ਜੀਵੜ ਅਵਰ ਨਾ ਕੋਈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸ਼ਾਂਤ ਨ ਆਏ। ਨਾਨਕ ਬਿਨ ਨਾਮੈ ਸਭ ਕੋਈ ਭੁੱਲਾ, ਮਾਇਆ ਮੋਹ ਖੁਆਏ। ਇਹ ਜਗ ਜਲਤਾ ਦੇਖ ਕੈ, ਭਜ ਪਏ ਹਰਿ ਸਰਣਾਈ ਰਾਮ। ਅਰਦਾਸ ਕਰੀ ਗੁਰ ਪੂਰੈ ਆਗੈ, ਰਖ ਲੇਵੋ ਦੇਹੋ ਵਡਾਈ ਰਾਮ। ਰਖ ਲੇਵੋ ਸ਼ਰਣਾਈ, ਹਰ ਨਾਮ ਵਡਾਈ। ਤੁਧ ਜੇ ਵਡ ਅਵਰ ਨਾ ਦਾਤਾ, ਸੇਵਾ ਲਾਗੇ ਸੇ ਵਡ ਭਾਗੇ। ਜੁਗ ਜੁਗ ਏਕੋ ਜਾਤਾ, ਜਤ ਸਤ ਸੰਜਮ ਕਰਮ ਕਮਾਵੈ। ਬਿਨ ਗੁਰ ਗਤ ਨਹੀਂ ਪਾਏ, ਨਾਨਕ ਤਿਸਨੂੰ ਸ਼ਬਦ 부ਝਾਏ। ਜੋ ਜਾਏ ਪਵੈ ਹਰਿ ਸ਼ਰਣਾਏ, ਜੋ ਹਰ ਮਤ ਦੇ ਸਾ ਉਪਜੈ। ਹੋਰ ਮਤ ਨ ਕਾਈ ਰਾਮ, ਅੰਤਰ ਬਾਹਰ ਏਕ ਤੂੰ। ਆਪੇ ਦੇਹ 부ਝਾਈ ਰਾਮ, ਆਪੇ ਦੇਹ 부ਝਾਈ। ਅਵਰ ਨ ਭਾਈ ਗੁਰਮੁਖ ਹਰ ਰਸ ਚਾਖਿਆ। ਦਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਭਾਖਿਆ। ਘਰ ਮਹਿ ਨਿਜ ਘਰ ਪਾਇਆ, ਸਤਿਗੁਰ ਦੇ ਵਡਾਏ। ਨਾਨਕ ਜੋ ਨਾਮ ਰਤੇ, ਸਈ ਮਹਿਲ ਪਾਇਨ। ਮਤ ਪ੍ਰਮਾਣ ਸਚ ਸਾਈ, ਘਰ ਮਹਿ ਨਿਜ ਘਰ ਪਾਇਆ।
ਸਤਿਗੁਰ ਦੇ ਵਡਾਏ, ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ, ਗਲ ਮਿਲ ਹੈ ਅੰਕ ਸਹੇਲੜੀਆ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਗੁਰੂ ਚਰਨਾਂ ਵਿੱਚ ਸਾਹਿਬ ਨੌਵੇਂ ਗੁਰਦੇਵ ਵੈਰਾਗ, ਤਿਆਗ ਤੇ ਅਨੁਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਅੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਨ, ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਤਿਗੁਰਾਂ ਦੀ ਰੱਬੀ ਬਾਣੀ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਦਾਤ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਮਨ ਦੀਆਂ ਬਿਰਤੀਆਂ ਜਿੰਨੀਆਂ ਖਿੰਡਦੀਆਂ ਹਨ, ਉਤਨੀ ਸਾਡੇ ਅੰਦਰ ਦੀ ਜੋ ਊਰਜਾ ਹੈ ਉਹ ਸਾਰੇ ਪਾਸੇ ਫੈਲ ਕੇ ਘਟਦੀ ਹੈ। ਜਦੋਂ ਮਨ ਬਿਰਤੀਆਂ ਇਕਾਗਰ ਹੁੰਦੀਆਂ ਨੇ ਤਾਂ ਸਾਰੀ ਸਾਧਨਾ ਦੀ ਊਰਜਾ ਪਰਮਾਰਥ ਵਾਲੇ ਪਾਸੇ ਵਹਿ ਟੁਰਦੀ ਹੈ। ਤੋ ਮਨ ਬਿਰਤੀਆਂ ਇਕਾਗਰ ਕਰਨ ਲਈ ਸਤਿਗੁਰਾਂ ਨੇ ਸਾਨੂੰ ਗੁਰਮੰਤਰ ਦੀ ਦਾਤ ਬਖਸ਼ੀ ਹੈ। ਸੁਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਰਾਗ ਵਡਹੰਸ ਹੈ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਹੇ ਮੇਰਿਆ ਮਨਾ, ਇਹ ਸਾਰਾ ਸੰਸਾਰ ਆਵਾਗੌਣ ਵਿੱਚ ਹੈ। ਆ ਰਹੇ ਨੇ ਜੀਵ, ਜਾ ਰਹੇ ਨੇ। ਇਹ ਸਭ ਕੁਝ ਆਵਾਗੌਣ ਹੈ। ਜਿਵੇਂ ਇੱਕ ਚਰਖੇ ਦਾ ਤਕਲਾ ਘੁੰਮਦਾ ਹੈ, ਇਸੇ ਤਰ੍ਹਾਂ ਇਹ ਸਾਰੇ ਸੰਸਾਰ ਦੀ ਪ੍ਰਕਿਰਿਆ ਘੁੰਮ ਰਹੀ ਹੈ, ਲਗਾਤਾਰ ਨਿਰੰਤਰ। ਪੂਰਾਂ ਦੇ ਪੂਰ ਭਰ ਕੇ ਆ ਰਹੇ ਨੇ ਤੇ ਪੂਰਾਂ ਦੇ ਪੂਰ ਭਰ ਕੇ ਜਾ ਵੀ ਰਹੇ ਨੇ। ਇੱਕ ਗੱਲ ਯਾਦ ਰੱਖੀ ਮੇਰਿਆ ਮਨਾ, ਅੰਤ ਨੂੰ ਨਿਬੇੜਾ ਸੱਚ ਤੇ ਹੋਣਾ ਹੈ। ਆਵਾਗੌਣ ਤੋਂ ਬਚਣ ਲਈ, ਇਹਦੇ ਨਿਬੇੜੇ ਲਈ ਸੱਚ ਨਾਲ ਜੁੜਨਾ ਹੋਵੇਗਾ। ਬਿਨਾਂ ਸੱਚ ਤੋਂ ਤੇਰਾ ਨਿਬੇੜਾ ਨਹੀਂ ਹੋਣਾ, ਕਿਉਂਕਿ ਉੱਥੇ ਕੇਵਲ ਸੱਚੋ ਹੀ ਸੱਚ ਨਿਬੜਦਾ ਹੈ। ਇਹ
परमात्मा दे घर दा न्याय है, ये परमात्मा दे घर दा इंसाफ है। क्योंकि जो सच है सच दा नबेड़ा होवेगा। दुनिया विच सच दा फैसला करन वास्ते बड़े बड़े प्रबंध बनाए गए ने, पर उन्हां विच भी सच दा फैसला नहीं हुंदा। कई बारी दुविधा विच बहुत कुछ ऐसा हो जाता है जिसनों करन तो बाद बड़े बड़े जज भी बाद च पछतावा करते हैं कि मेरे को यह फैसला सही नहीं हो सकिया। पर निरंकार दे घर दे विच जिहड़ा फैसला है वो सच दा है। दुध दा दुध ते पानी दा पानी एक पासे हो जाना। जन्म ते मरण तो बचण लई, आवागौण दे चक्करां तो मुक्त होण लई सच नाल जुड़ना पवेगा। ਜਿਹੜੇ सच नाल जुड़दे ने उन्हां दा नबेड़ा हुंदा है। आपे सच्चा बख्श लए, फिर होए ना फेरा राम। जिन्हां नूं सच्चा साहिब आप किरपा करके बख्श लैंदा है, फिर उन्हां दा संसार दे विच मुड़ के फेरा नहीं पैंदा। वो मुड़ के जन्म मरण दे चक्करां विच नहीं आउंदे। साहिबे कमाल गुरु कलगीधर जी जिस वक्त श्री पटना साहब तो पंजाब आउण लगे, सतगुरां दा जिथे आसन सी बिल्कुल नेड़े एक घर दे विच एक बजुर्ग माई रहिंदी सी। सूत्र कतदी सी। सतगुरां ने बच्चियां नाल खेडदियां जाना, ओदियां पूणियां छाबे चों चुकणियां ते खलार देणियां, धागा अस्त व्यस्त कर देना। उस माई ने हाथ विच छड़ी फड़ी होनी ते पिछे पिछे दौड़ना। सतगुरु जी ने अगे अगे लग पैना। वो भी जान बुझ के महाराज सच्चे पातशाह जी दे पिछे दौड़दी सी कि दोबारा दोबारा मैनू खिजाउण आउणगे। एक दिन माता जी दे पास छड़ी लैके बैठी हुई ते कलगीधर जी इन्ने नूं बाहरों खेडदियां घर आए। वो बिरध माई कमरे दरवाजे चों बाहर आ रही सी ते सतगुरु जी अंदर जा रहे सी। ते महाराज जी नूं वेख के कहंदी है, बाला जी, बाला प्रीतम जी, मैं तुहाडी शिकायत करके आई हाँ तुहाडी माता को। अब जिहो जी छड़ी मेरे कोल है, माता ने फड़ी है, हुण तू मारेगी तुहानू। जदों सतगुरु जी आउण लगे ना, वो छाबे विच पूणियां पा के ते सतगुरां मूहरे रख के कहंदी है, पातशाह इन्हां पूणियां नूं खिलारण दे बहाने आउंदे सी, दर्शन दिंदे सी। हुण मैं निभागी किहदे दर्शन करांगी। गुरुदेव ने हुक्म किया, कुछ माया उस बजुर्ग माई नूं दे के आख्या, माता जिन्ना चिर तेरी जिंदगी इस माया नाल तेरा गुजारा हो जाना, तेनू ये पूणियां कत्तण दी लोड़ नहीं, भजन कर, साडी संगत दा फल तेनू ये प्राप्त होवेगा कि माता तेरा मुड़ के संसार विच जन्म ते मरण नहीं होवेगा। जिन्हां नूं मेरे साहिब बख्श लैंदे हन उन्हां दा जन्म मरण नहीं हुंदा। वो आवागौण तो रहत हो जाते हैं। बड़ा वड्डा दुख है जन्मां ते मरना। पातशाह धन गुरु अमरदास साहब जी कहते, जदों सच्चा साहिब आप किरपा करके बख्श लवे तां फिर होए ना फेरा राम, फेरे संसार विच मुड़ के फेरा नहीं हुंदा। मुड़ के संसार दे विच जन्म मरण दे चक्करां च नहीं पैना पैंदा। फिर होए ना फेरा अंत सच नबेड़ा, गुरमुख मिलै वड्याई। फिर नहीं हुंदा फेरा जिन्हां दा अंत नूं सच नाल नबेड़ा हो गया।
ਪਰ ਇਹ ਵਡਿਆਈ ਕਿਹਨਾਂ ਨੂੰ ਮਿਲਦੀ ਹੈ? ਇਹ ਵਡਿਆਈ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰਮੁਖ ਨੇ, ਗੁਰੂ ਵਾਲੇ ਨੇ, ਉਹਨਾਂ ਨੂੰ ਇਹ ਵੱਡੀ ਵਡਿਆਈ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਚੈ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ। ਜਿਹੜੇ ਉਸ ਸੱਚੇ ਸਾਹਿਬ ਦੇ ਰੰਗ ਵਿੱਚ ਰਤੇ ਹੋਏ ਹਨ, ਉਹ ਫਿਰ ਸਹਿਜੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿੱਚ ਮਸਤ ਹੋ ਜਾਂਦੇ ਨੇ, ਔਰ ਉਹ ਸਹਿਜੇ ਹੀ ਸੁਤੇ ਸਿੱਧ ਹੀ ਨਿਰੰਕਾਰ ਦੇ ਸਰੂਪ ਵਿੱਚ ਜਾ ਕੇ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਸੱਚਾ ਮਨ ਭਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ। ਜਿਨ੍ਹਾਂ ਦੇ ਮਨ ਨੂੰ ਸੱਚਾ ਭਾਉਂਦਾ ਹੈ, ਉਹ ਆਪਣੇ ਹਿਰਦੇ ਵਿੱਚ ਵੀ ਸੱਚ ਨੂੰ ਵਸਾਉਂਦੇ ਨੇ। ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰਤਿਆਂ ਹੋਇਆਂ ਦਾ ਅੰਤ ਨੂੰ ਨਬੇੜਾ ਹੋ ਜਾਂਦਾ ਹੈ। ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹਰ ਨਾ ਭਵਜਲ ਫੇਰਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਜਿਹੜੇ ਨਾਮ ਦੇ ਰੰਗ ਵਿੱਚ ਰਤੇ ਗਏ ਉਹ ਸੱਚ 'ਚ ਸਮਾ ਗਏ, ਔਰ ਉਹਨਾਂ ਦਾ ਮੁੜ ਕੇ ਸੰਸਾਰ ਦੇ ਵਿੱਚ ਭਵਜਲ 'ਚ ਫੇਰਾ ਨਹੀਂ ਪੈਂਦਾ। ਮਾਇਆ ਮੋਹ ਸਭ ਬਰਲ ਹੈ ਦੂਜੇ ਭਾਏ ਖੁਆਈ RAM। ਮਾਇਆ ਦਾ ਜਿਹੜਾ ਮੋਹ ਹੈ, ਬੰਦੇ ਨੂੰ ਸ਼ਦਾਈ ਬਣਾ ਦਿੰਦਾ। ਬਰਲ ਦਾ ਮਤਲਬ ਹੁੰਦਾ ਸ਼ਦਾਈ ਹੋਣਾ, ਸ਼ੁਦਾਪ ਹੋਣਾ। ਕੋਈ ਬੰਦਾ ਬਹੁਤਾ ਹੋਛਾ ਜਿਹਾ ਹੋਵੇ, ਆਵੀਆਂ ਫਾਵੀਆਂ ਦੀਆਂ ਆਦਤਾਂ ਦਾ ਕਰੇ, ਤੇ ਆਪਾਂ ਆਮ ਕਰਕੇ ਪੰਜਾਬੀ 'ਚ ਕਹਿ ਦਿੰਦੇ ਆ ਬਰਲਿਆ ਫਿਰਦਾ। ਬਰਲਿਆ ਦਾ ਮਤਲਬ ਹੁੰਦਾ ਵੀ ਸ਼ਦਾਈ ਹੋ ਗਿਆ, ਪਾਗਲ ਹੋ ਗਿਆ। ਪਾਤਸ਼ਾਹ ਕਹਿੰਦੇ ਜਿਹੜਾ ਇਹ ਮਾਇਆ ਦਾ ਮੋਹ ਹੈ ਨਾ, ਇਹ ਮਾਇਆ ਦਾ ਮੋਹ ਸਭ ਬਰਲ ਹੈ। ਇਹ ਜੀਵ ਨੂੰ ਸ਼ੁਦਾਈ ਬਣਾ ਦਿੰਦਾ ਹੈ, ਔਰ ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗਾ ਹੋਇਆ ਜੀਵ ਆਪਣਾ ਸਭ ਕੁਝ ਗਵਾ ਲੈਂਦਾ। ਜਦੋਂ ਸ਼ੁਦਾਈ ਹੋ ਗਿਆ ਤੇ ਫਿਰ ਸਾਰਾ ਕੁਝ ਹੀ ਗਵਾ ਲੈਂਦਾ। ਬੜੇ ਕੀਮਤੀ ਦੁਰਲਭ ਸਵਾਸ ਪਰਮੇਸ਼ਰ ਨੇ ਹੀਰਿਆਂ ਵਰਗੇ ਦਿੱਤੇ, ਉਹ ਵੀ ਅਜਾਈ ਗਵਾਈ ਜਾਂਦਾ ਹੈ। ਸਤ ਸੰਤੋਖ ਜਿਤਨੇ ਸ਼ੁਭ ਗੁਣ ਨੇ, ਉਹ ਸਭ ਕੁਝ ਆਪਣੇ ਅੰਦਰੋਂ ਗਵਾ ਲੈਂਦਾ ਹੈ, ਜਿਹਦੇ ਅੰਦਰ ਮਾਇਆ ਦਾ ਮੋਹ ਦਾ ਬਰਲ ਬਣਿਆ ਹੋਇਆ ਹੈ। ਮਾਤਾ ਪਿਤਾ ਸਭ ਹਿਤ ਹੈ ਹਿਤੇ ਪਲਚਾਈ RAM। ਪਾਤਸ਼ਾਹ ਕਹਿੰਦੇ ਮਾਂ ਬਾਪ ਪੁੱਤਰ ਭਾਈ ਸੰਬੰਧੀ, ਇਹਨਾਂ ਦਾ ਜਿਹੜਾ ਮੋਹ ਹੈ ਨਾ, ਇਸ ਮੋਹ ਦੇ ਵਿੱਚ ਜੀਵ ਪਲਚਿਆ ਹੋਇਆ। ਇਹਨਾਂ ਤੋਂ ਛੁੱਟ ਕੁਝ ਹੋਰ ਇਹਨੂੰ ਸੁਝਦਾ ਹੀ ਨਹੀਂ। ਆਪਣੇ ਆਪ ਬਾਰੇ ਕਦੇ ਸੋਚਿਆ ਹੀ ਨਹੀਂ ਕਿ ਮੈਂ ਆਪਣਾ ਭਲਾ ਵੀ ਕਰਨਾ। ਸੰਬੰਧੀਆਂ ਨੂੰ ਤਨ ਚਾਹੀਦਾ ਹੁੰਦਾ ਹੈ। ਮੇਰੇ ਸਾਹਿਬ ਨੂੰ ਤਨ ਸੇਵਾ ਵਿੱਚ ਚਾਹੀਦਾ ਹੈ, ਪਰ ਪਾਤਸ਼ਾਹ ਜੀ ਨੂੰ ਮਨ ਚਾਹੀਦਾ ਹੈ। ਸਰੀਰ ਕਰਕੇ ਫਿਰਦਾ ਰਹੇ ਇਹਨਾਂ ਵਿੱਚ, ਉਹ ਤਾਂ ਰਹਿਣਾ ਹੀ ਹੈ ਜੇ ਸੰਬੰਧੀ ਹੈਣ, ਪਰ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੋ। ਪਰ ਐਸਾ ਹੁੰਦਾ ਨਹੀਂ। ਸਾਹਿਬ ਕਹਿੰਦੇ ਮਾਂ ਪਿਓ ਇਹਨਾਂ ਦਾ ਜਿਹੜਾ ਹੇਤ ਹੈ, ਉਸੇ ਹੇਤ ਵਿੱਚ, ਉਸੇ ਮੋਹ ਦੇ ਵਿੱਚ ਜੀਵ ਪਲਚਿਆ ਹੋਇਆ ਹੈ। ਹਿਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ। ਜੋ ਪੂਰਬਲੇ ਜਨਮਾਂ ਦੇ ਕਮਾਏ ਹੋਏ ਕਰਮ ਸਨ, ਉਹਨਾਂ ਮੁਤਾਬਕ ਲਿਖੇ ਨੇ ਤੇ ਪਲਚਿਆ ਹੋਇਆ, ਮੋਹ ਵਿੱਚ ਲੱਗਾ ਹੋਇਆ। ਹੁਣ ਇਹ ਲੇਖ ਇੰਨੇ ਪ੍ਰਬਲ ਨੇ ਵੀ ਇਹ ਮਿਟਦੇ ਨਹੀਂ। ਜੋ ਪਰਾਲਬਧ ਬਣਦੇ, ਉਹ ਪਰਾਲਬਧ ਨਹੀਂ ਮਿਟਦੀ। ਸੰਚਿਤ ਔਰ ਕਿਰਿਆਮਾਨ ਕਰਮ ਨਸ਼ਟ ਹੋ ਜਾਂਦੇ ਨੇ, ਪਰਾਲਬਧ ਨਸ਼ਟ ਨਹੀਂ ਹੁੰਦੇ, ਉਹ ਭੋਗਣੇ ਹੀ ਪੈਂਦੇ ਆ। ਜਿਹੜਾ ਤੀਰ ਕਮਾਨ ਚੋਂ ਨਿਕਲ ਜੇ, ਉਹ ਤਾਂ ਨਿਸ਼ਾਨੇ ਤੇ ਵੱਜਣਾ ਹੀ ਹੈ ਨਾ, ਉਹਨੂੰ ਰੁਕਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਪੂਰਬਲੇ ਜਨਮਾਂ ਦੇ ਕੀਤੇ ਕਰਮ ਨੇ, ਉਹਨਾਂ ਨੂੰ ਕੋਈ ਨਹੀਂ ਮੇਟ ਸਕਦਾ। ਮੇਟ ਨਾ ਸਕੈ ਕੋਈ, ਕਹਿੰਦੇ ਉਹਨਾਂ ਨੂੰ ਮੇਟਣਾ ਔਖਾ ਹੈ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ
ਤਿਸ ਜੇ ਵਡ ਅਵਰ ਨਾ ਕੋਈ। ਜਿਸ ਨੇ ਇਸ ਸ੍ਰਿਸ਼ਟੀ ਦੀ ਸਾਜਣਾ ਕੀਤੀ ਹੈ ਉਹ ਇਸ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਹੈ, ਉਹਦੇ ਤੋਂ ਵੱਡਾ ਕੋਈ ਨਹੀਂ ਹੈ। ਉਹ ਕਰਕੇ ਫਿਰ ਸਾਰਿਆਂ ਦੀ ਸੰਭਾਲ ਕਰਦਾ ਹੈ। ਕਰ ਵੇਖਿਆ ਦਾ ਮਤਲਬ ਹੁੰਦਾ ਵੀ ਸ੍ਰਿਸ਼ਟੀ ਬਣਾ ਕੇ ਫਿਰ ਸਭ ਨੂੰ ਸੰਭਾਲਦਾ ਵੀ ਹੈ, ਵੇਖਦਾ ਵੀ ਹੈ। ਤਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੈਸਾ ਵੱਡਾ ਕੋਈ ਨਹੀਂ ਹੈ, ਉਹ ਸਭ ਤੋਂ ਵੱਡਾ ਹੈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸਾਂਤ ਨ ਆਈ। ਜਿਹੜਾ ਮਨਮੁਖ ਹੈ ਉਹ ਅਗਿਆਨਤਾ ਦੇ ਹਨੇਰੇ ਵਿੱਚ ਅੰਨਾ ਹੁੰਦਾ ਹੈ, ਵਿਕਾਰਾਂ ਦੀ ਤਪਸ਼ ਵਿੱਚ ਤਪ ਤਪ ਕੇ ਖਪਦਾ ਹੈ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਬਿਨ ਸ਼ਬਦੈ ਸਾਂਤ ਨਾ ਆਈ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾ ਮਨ ਨੂੰ ਸ਼ਾਂਤੀ ਤੇ ਟਿਕਾ ਨਹੀਂ ਪ੍ਰਾਪਤ ਹੁੰਦਾ। ਨਾਨਕ ਬਿਨ ਨਾਮੈ ਸਭ ਕੋਈ ਭੁੱਲਾ, ਮਾਇਆ ਮੋਹ ਖੁਆਈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੀ ਲੁਕਾਈ ਭੁੱਲੀ ਹੋਈ ਹੈ ਔਰ ਮਾਇਆ ਦੇ ਮੋਹ ਦੇ ਵਿੱਚ ਖੁਆਰ ਹੋ ਰਹੀ ਹੈ। ਹਾਂਜੀ, ਇਹ ਜਗ ਜਲਤਾ ਦੇਖ ਕੇ ਭਜ ਪਏ ਹਰਿ ਸਰਨਾਈ RAM। ਇਹੋ ਜਗ ਜਲਤਾ ਦੇਖ ਕੇ, ਆ ਜਿਹੜਾ ਜੱਗ ਹੈ ਇਹਨੂੰ ਸੜਦਾ ਬਲਦਾ ਵੇਖ ਕੇ ਜਦੋਂ ਔਂਕੜ ਲੱਗੀ, ਇਹਦਾ ਮਤਲਬ ਹੁੰਦਾ ਇੱਕ ਵਚਨ, ਇੱਕ ਜਗਤ ਦੀ ਗੱਲ ਹੋ ਰਹੀ। ਆ ਜਿਹੜਾ ਨਜ਼ਰ ਆ ਰਿਹਾ ਆ ਜੱਗ, ਇਹਨੂੰ ਸੜਦਾ ਵੇਖ ਕੇ ਹੇ ਪ੍ਰਭੂ ਮੈਂ ਭੱਜ ਕੇ ਤੁਹਾਡੀ ਸ਼ਰਨ ਆ ਗਿਆ। ਭੱਜ ਪਏ ਹਰਿ ਸਰਨਾਈ RAM। ਭੱਜ ਕੇ ਮਹਾਰਾਜ ਜੀ ਤੁਹਾਡੀ ਸ਼ਰਨ ਵਿੱਚ ਆ ਪਿਆ ਵੀ ਸੜ ਰਿਹਾ ਜੱਗ। ਜਿਵੇਂ ਜੰਗਲ 'ਚ ਅੱਗ ਲੱਗੀ ਹੋਵੇ ਤੇ ਜੰਗਲ ਦੇ ਜਾਨਵਰ ਸੜਦੇ ਭੁੱਜਦੇ ਆ ਤੇ ਉਹਦੇ ਵਿੱਚੋਂ ਬਹੁਤ ਸਾਰੇ ਹਿਰਨ ਤੇਜ਼ੀ ਨਾਲ ਭੱਜ ਕੇ ਉੱਥੇ ਆ ਪਹੁੰਚਦੇ ਆ ਜਿੱਥੇ ਤਲਾਬ ਹੋਵੇ ਪਾਣੀ ਦਾ ਤੇ ਉਹਦੇ ਵਿੱਚ ਜਾ ਵੜਦੇ ਆ। ਏਦਾਂ ਇਸ ਜਗਤ ਰੂਪੀ ਜੰਗਲ ਵਿੱਚ ਅੱਗ ਲੱਗੀ ਹੋਈ ਹੈ ਤੇ ਹੇ ਹਰੀ ਜੀ ਮੈਂ ਤੁਹਾਡੀ ਸ਼ਰਨ ਚ ਆ ਪਿਆ ਭੱਜ ਕੇ, ਤਾਂ ਜੋ ਵਿਸ਼ਿਆਂ ਵਿਕਾਰਾਂ ਦੀ ਇਸ ਅੱਗ ਤੋਂ ਮੈਂ ਬਚ ਸਕਾਂ। ਤੁਹਾਡੀ ਸ਼ਰਨ ਵਿੱਚ ਆ ਪਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬਾਹਰ ਦੀ ਅੱਗ ਪਾਣੀ ਨਾਲ ਬੁਝ ਜਾਂਦੀ ਹੈ, ਪਰ ਪਾਣੀ 'ਚ ਚੱਲ ਰਹੀ ਕਿਸ਼ਤੀ ਨੂੰ ਅੱਗ ਲੱਗ ਜਾਏ ਤੇ ਕਿੱਥੇ ਜਾਈਏ। ਚੋਰਾਂ ਦੇ ਡਰ ਤੋਂ ਰਾਜੇ ਦੀ ਸ਼ਰਨ 'ਚ ਆ ਗਏ ਤੇ ਬਚ ਜਾਈਦਾ, ਪਰ ਜੇ ਰਾਜਾ ਹੀ ਮਾਰਨ ਲੱਗ ਪਏ ਤੇ ਕਿੱਥੇ ਜਾਈਏ। ਮਾਇਆ ਤੋਂ ਭੈ ਭੀਤ ਹੋ ਕੇ ਸਾਹਿਬ ਦੇ ਚਰਨਾਂ 'ਚ ਆਈਦਾ ਹੈ। ਜੇ ਉੱਥੇ ਵੀ ਮਾਇਆ ਵਿਆਪਣ ਲੱਗ ਪਏ ਤੇ ਫਿਰ ਕਿੱਥੇ ਜਾਈਏ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਈਏ, ਤਾਂ ਜੋ ਬਿਆਪੈ ਮਾਇਆ ਕਹਾਂ ਠਹਿਰਾਈਐ। ਜੇ ਉੱਥੇ ਆ ਕੇ ਵੀ ਮਾਇਆ ਵਿਆਪਣ ਲੱਗ ਪਏ, ਵੇਖਣ ਲੱਗ ਪਏ ਫਲਾਣੇ ਪਾਸੇ ਕੀ ਹੁੰਦਾ, ਉਹ ਕੀ ਪਿਆ ਕਰਦਾ ਹੈ, ਕਮੀਆਂ ਪੇਸ਼ੀਆਂ ਹੀ ਲੱਭੀ ਜਾਵੇ ਸੱਜੇ ਖੱਬੇ ਵੇਖ ਕੇ, ਦੁਆਸ਼ ਨਾਲ ਹੀ ਹਿਰਦਾ ਕਰਿੱਜੀ ਜਾਵੇ, ਤੇ ਫਿਰ ਕਿੱਥੇ ਜਾ ਕੇ ਬਚਾਂਗੇ। ਕਿਹੜੀ ਜਗ੍ਹਾ ਤੇ ਜਾ ਕੇ ਬਚਾਅ ਹੋਵੇਗਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਾਰੇ ਸੰਸਾਰ ਨੂੰ ਸੜਦਾ ਬਲਦਾ ਵੇਖ ਕੇ ਮਾਲਕ ਜੀ ਤੁਹਾਡੇ ਚਰਨਾਂ ਦੀ ਸ਼ਰਨ ਚ ਆ ਪਿਆ ਹਾਂ, ਤੁਹਾਡੀ ਪਨਾਹ ਵਿੱਚ ਆ ਪਿਆ ਹਾਂ। ਅਰਦਾਸ ਕਰੀ ਗੁਰ ਪੂਰੈ ਆਗੈ, ਰਖ ਲੇਵੋ
ਦੇਹੋ ਵਡਾਈ RAM। हे ਪੂਰਨ ਗੁਰੂ ਜੀ, ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਹਾਂ, ਕਿਰਪਾ ਕਰੋ ਮੈਨੂੰ ਰੱਖ ਲਓ ਆਪਣੇ ਨਾਮ ਜਪਣ ਦੀ ਵਡਿਆਈ ਦੇ ਕੇ। ਰੱਖ ਲੇਵੋ ਦੇਹੋ ਵਡਾਈ RAM। ਰੱਖ ਲਓ ਮਹਾਰਾਜ, ਆਪਣੇ ਨਾਮ ਦੀ ਵਡਿਆਈ ਦੇ ਕੇ ਮੈਨੂੰ ਰੱਖ ਲਓ। ਰਖ ਲੇਵੋ ਸਰਣਾਈ, ਹਰ ਨਾਮ ਵਡਾਈ, ਤੁਧ ਜੇ ਵਡ ਅਵਰ ਨਾ ਦਾਤਾ। ਮਹਾਰਾਜ ਜੀ ਰੱਖ ਲਓ, ਤੁਹਾਡੀ ਸ਼ਰਨ ਵਿੱਚ ਆਪਣੇ ਨਾਮ ਦੀ ਵਡਿਆਈ ਬਖਸ਼ੋ। ਹੇ ਮੇਰੇ ਮਾਲਕ ਜੀ, ਤੁਹਾਡੇ ਵਰਗਾ, ਤੁਹਾਡੇ ਜੈਸਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ। ਸੇਵਾ ਲਾਗੇ ਸੇ ਵੱਡ ਭਾਗੇ, ਜੁਗ ਜੁਗ ਏਕੋ ਜਾਤਾ। ਮਹਾਰਾਜ ਜੀ ਜਿਹੜੇ ਭਾਗਾਂ ਵਾਲੇ ਨੇ ਉਹ ਤੁਹਾਡੀ ਸੇਵਾ 'ਚ ਲੱਗੇ ਹਨ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਤੁਹਾਡੀ ਸੇਵਾ 'ਚ ਲੱਗੇ ਨੇ ਜੁਗਾਂ ਜੁਗਾਂ ਵਿੱਚ। ਤਿਨਾਂ ਨੇ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਜਾਤਾ ਜਾਣਿਆ ਹੈ। ਜਤ ਸਤ ਕਮਾਵੈ, ਜਤ ਸਤ ਸੰਜਮ ਕਰਮ ਕਮਾਵੈ, ਬਿਨ ਗੁਰ ਗਤ ਨਹੀਂ ਪਾਈ। ਜਤ ਸਤ ਸੰਜਮ ਕਰਮ ਇਹ ਜਿੰਨੇ ਮਰਜ਼ੀ ਕਮਾ ਲਵੇ, ਜੇ ਗੁਰੂ ਵਾਲਾ ਨਹੀਂ ਨਾ ਹੈ ਤਾਂ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਕਿਸੇ ਕਰਮ ਨੇ ਦੇਣੀ। ਇਹ ਯਾਦ ਰੱਖਿਓ। ਬੜੇ ਕਹਿੰਦੇ ਅਸੀਂ ਕੰਮ ਚੰਗੇ ਕਰਦੇ ਹਾਂ, ਗੁਰੂ ਵਾਲਾ ਬਣਨਾ ਜ਼ਰੂਰੀ ਥੋੜੀ ਹੈ। ਤੀਸਰੇ ਪਾਤਸ਼ਾਹ ਫੈਸਲਾ ਕਰਦੇ ਆ ਵੀ ਮੈਂ ਵੀ ਬੜੇ ਥਾਵਾਂ ਤੇ ਤੀਰਥਾਂ ਦਾ ਯਤਨ ਭਰਮਣ ਕੀਤਾ ਸੀ, ਗੁਰੂ ਬਿਨਾਂ ਗੱਲ ਨਹੀਂ ਬਣੀ। 72 ਸਾਲ ਦੀ ਉਮਰ ਵਿੱਚ ਆ ਕੇ ਗੁਰੂ ਧਾਰਨ ਕੀਤਾ। ਇਹ ਮੇਰੇ ਸਾਹਿਬ ਦੇ ਜੀਵਨ ਦਾ ਆਪਣਾ ਤਜਰਬਾ ਦੱਸ ਰਹੇ ਨੇ। ਯਾਦ ਰੱਖਿਓ, ਹੈਣ ਤਾਂ ਮੇਰੇ ਸਾਹਿਬ ਜਨਮ ਤੋਂ ਹੀ ਪਰਮੇਸ਼ਵਰ ਰੂਪ, ਇਹ ਤਾਂ ਸਾਡੇ ਲਈ ਉਹਨਾਂ ਨੇ ਪੂਰਨੇ ਪਾਉਣੇ ਸੀ ਤੇ ਮਾਨਵੀ ਲੀਲਾ ਕੀਤੀ ਹੈ ਕਿ ਜਤ ਸਤ ਸੰਜਮ ਕਰਮ ਜਿੰਨੇ ਮਰਜ਼ੀ ਕਮਾ ਲਵੇ ਮਨੁੱਖ, ਜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਤਾਂ ਇਹਦੀ ਮੁਕਤੀ ਨਹੀਂ ਹੋ ਸਕਦੀ। ਗੁਰੂ ਬਿਨਾਂ ਗਤ ਨਹੀਂ ਹੋ ਸਕਦੀ। ਕਿਵੇਂ ਸ਼ਾਹ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗਤ ਨਹੀਂ, ਗੁਰੂ ਬਿਨਾਂ ਬੰਦ ਖਲਾਸੀ ਨਹੀਂ ਹੋਣੀ। ਨਾਨਕ ਤਿਸਨੋ ਸ਼ਬਦ 부ਝਾਏ, ਜੋ ਜਾਏ ਪਵੈ ਹਰ ਸਰਣਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਗੱਲ ਬੁਝਾ ਦਿੰਦੇ ਨੇ ਉਹ ਜਾਣ ਲੈਂਦਾ ਹੈ। ਨਾਨਕ ਤਿਸ ਨੂੰ ਸ਼ਬਦ ਬੁਝਾਏ। ਸਤਿਗੁਰੂ ਜੀ ਜਦੋਂ ਬੁਝਾਉਂਦੇ ਨੇ ਆਪਣੇ ਸ਼ਬਦ ਦੁਆਰਾ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜਾ ਸ਼ਰਨ 'ਚ ਪੈ ਜਾਂਦਾ ਗੁਰੂ ਦੀ, ਤੇ ਸਤਿਗੁਰੂ ਜੀ ਉਹਨੂੰ ਆਪਣੇ ਉਪਦੇਸ਼ ਨਾਲ ਬੁਝਾ ਦਿੰਦੇ ਨੇ, ਜਣਾ ਦਿੰਦੇ ਹਨ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨ ਕਾਈ RAM। ਜਿਹੜੀ ਮਤ ਹਰੀ ਜੀ ਬਖਸ਼ਦੇ ਨੇ ਉਹੀ ਮਤ ਹਿਰਦੇ ਚ ਉਪਜਦੀ ਆ। ਆਪਣੀ ਮਰਜ਼ੀ ਨਾਲ ਅਸੀਂ ਕੋਈ ਮਤ ਪੈਦਾ ਨਹੀਂ ਕਰ ਸਕਦੇ। ਜੈਸੀ ਮਤ ਮਹਾਰਾਜ ਜੀ ਬਖਸ਼ ਦਿੰਦੇ ਨੇ ਵੈਸੀ ਮਤ ਸਾਡੇ ਹਿਰਦੇ ਚ ਉਤਪਨ ਹੁੰਦੀ ਹੈ। ਅੰਤਰ ਬਾਹਰ ਏਕ ਤੂੰ, ਆਪੇ ਦੇਹ 부ਝਾਈ RAM। ਅੰਦਰ ਬਾਹਰ ਹੈ ਪ੍ਰਭੂ ਇੱਕ ਤੂੰ ਹੀ ਤੂੰ ਹੈ। ਜਿਸ ਨੂੰ ਤੁਸੀਂ ਇਹ ਗੱਲ ਬੁਝਾ ਦਿੰਦੇ ਹੋ ਉਹੀ ਜਾਣਦਾ ਹੈ। ਆਪੇ ਦੇਹ 부ਝਾਈ ਅਵਰ ਨ ਭਾਈ, ਗੁਰਮੁਖ ਹਰ ਰਸ ਚਾਖਿਆ। ਜਿਸ ਨੂੰ ਸਤਿਗੁਰੂ ਜੀ ਆਪ ਬੁਝਾ ਦਿੰਦੇ ਹਨ ਉਹ ਬੁਝ ਲੈਂਦਾ ਹੈ। ਉਹੀ ਸਤਿਗੁਰਾਂ ਦੇ ਸ਼ਬਦ ਦੁਆਰਾ ਹਰੀ ਦੇ ਨਾਮ ਰਸ ਨੂੰ ਚਖਦਾ ਤੇ ਮਾਣਦਾ ਹੈ। ਦਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਭਾਖਿਆ। ਸੱਚੇ ਦਾ ਦਰ ਸੱਚਾ ਤੇ ਉੱਥੇ ਹਮੇਸ਼ਾ ਸੱਚ ਹੀ ਬੋਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦਾ ਦਰ ਸੱਚਾ ਹੈ, ਸਤਿਗੁਰੂ ਸੱਚੇ ਨੇ, ਸਤਿਗੁਰਾਂ ਦਾ ਦਰ ਸੱਚਾ ਹੈ। ਔਰ ਇੱਥੇ ਕਹੇ ਜਾਣ ਵਾਲੇ ਆ ਪਾਤਸ਼ਾਹ ਦੇ ਪਾਵਨ ਸ਼ਬਦ ਵੀ ਸੱਚ ਹਨ। ਇਹ ਸੱਚਾ ਸ਼ਬਦ ਹੈ ਜਿਹੜਾ ਹਰ ਇੱਕ ਸੰਸਾਰ ਦੇ ਪ੍ਰਾਣੀ ਮਾਤਰ ਲਈ ਮਹਾਰਾਜ ਜੀ ਨੇ ਉਚਾਰਿਆ ਹੈ। ਘਰ ਮਹਿ ਨਿਜ ਘਰ ਪਾਇਆ,
ਸਤਿਗੁਰ ਦੇ ਵਡਾਈ। ਜਿਹੜੇ ਆਪਣੇ ਇਸ ਸਰੀਰ ਰੂਪੀ ਘਰ ਦੇ ਵਿੱਚ ਖੋਜਦੇ ਨੇ ਉਹਨਾਂ ਨੂੰ ਇਹਦੇ ਵਿੱਚੋਂ ਹੀ ਨਿਜ ਘਰ ਪ੍ਰਾਪਤ ਹੋ ਗਿਆ। ਪਰ ਇਹ ਵਡਿਆਈ ਵੀ ਸਤਿਗੁਰਾਂ ਨੇ ਜਿਨ੍ਹਾਂ ਨੂੰ ਦਿੱਤੀ ਹੈ ਉਹਨਾਂ ਨੂੰ ਪ੍ਰਾਪਤ ਹੋਈ ਹੈ। ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪ੍ਰਮਾਣ ਸਚ ਸਾਈ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਦੇ ਰੰਗ ਵਿੱਚ ਰਤੇ ਹੋਏ ਨੇ ਉਹ ਆਪਣੇ ਨਿਜ ਮਹਿਲ ਨੂੰ ਪ੍ਰਾਪਤ ਕਰਦੇ ਨੇ। ਉਹਨਾਂ ਦੀ ਮਤ ਪ੍ਰਵਾਨ ਹੈ ਉਸ ਸੱਚੇ ਦੇ ਦਰ ਤੇ। ਜਿਨ੍ਹਾਂ ਤੇ ਸਤਿਗੁਰੂ ਜੀ ਤਰਸ ਕਰਦੇ ਨੇ ਉਹ ਨਿਜ ਮਹਿਲ ਨੂੰ ਨਿਜ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ।